ਲਵਪ੍ਰੀਤ ਤੇ ਬੇਅੰਤ ਕੌਰ ਦੀ ਆਪਸ 'ਚ ਸ਼ਾਦੀ ਹੋਈ ਸੀ। ਜਿਹੜੀ ਸ਼ਾਦੀ ਦੀ ਮਿਤੀ ਹੈਗੀ ਆ ਉਹ ਹੈਗੀ ਤੁਹਾਡਾ 7/8/2019 ਨੂੰ ਰੈਜ਼ੀਡੈਂਟ ਪਲਾਜ਼ਾ ਆਸਥਾ ਕਲੋਨੀ ਬਰਨਾਲਾ ਵਿਖੇ ਦੋਨਾਂ ਦਾ ਵਿਆਹ ਹੋਇਆ ਸੀਗਾ। ਅਤੇ ਉਸ ਤੋਂ ਬਾਅਦ ਵਿਆਹ ਹੋਣ ਤੋਂ ਬਾਅਦ ਇਹ ਲੜਕਾ ਵਾਲੀ ਪਾਰਟੀ ਬੰਨਿਓ ਹੁਣ ਪਹਿਲਾਂ ਤਾਂ ਜਦੋਂ ਇਹ ਲੜਕੇ ਦੀ ਅਨਫੋਰਚੂਨੇਟ ਡੈਥ ਹੋਈ ਤਾਂ ਉਹਨਾਂ ਨੇ 174 ਦੀ ਕਾਰਵਾਈ ਕਰਾਈ, ਜਿਹਦੇ ਵਿੱਚ ਉਹਨਾਂ ਨੂੰ ਕੋਈ ਖਾਦਸ਼ਾ ਨਹੀਂ ਸੀਗਾ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ। ਪਰ ਇੱਕ ਹਫ਼ਤੇ ਦੇ ਬਾਅਦ ਉਹਨਾਂ ਨੇ ਇਹ ਦਰਖਾਸਤ ਦਿੱਤੀ ਕਿ ਇਹਦੀ ਜਿਹੜੀ ਸੁਸਾਈਡ ਹੋਈ ਆ ਉਹ ਇਸ ਕਾਰਨ ਹੋਈ ਆ ਕਿ ਉਹ ਲੜਕੀ ਇਹਨੂੰ ਬਾਹਰ ਨਹੀਂ ਲੈ ਕੇ ਜਾ ਰਹੀ ਆਇਆ, ਲੜਕੀ ਨਹੀਂ ਲੈ ਕੇ ਗਈ ਜਾਂ ਕੋਈ ਇਸ ਤਰ੍ਹਾਂ ਦਾ ਪ੍ਰੋਸੀਜਰ ਸੀਗਾ ਜਿਹਦੇ ਤਹਿਤ ਉਹ ਲੜਕੀ ਲੈ ਕੇ ਜਾਣਾ ਚਾਹੁੰਦੀ ਸੀ, ਪਰ ਕੋਵਿਡ ਕਰਕੇ ਵੀ ਆਪਣੇ ਕਾਫੀ ਰਿਸਟ੍ਰਿਕਸ਼ਨਾਂ ਲੱਗੀਆਂ ਹੋਈਆਂ ਨੇ ਅਤੇ ਉਹ ਕੋਵਿਡ ਕਰਕੇ ਤਾਂ ਨਹੀਂ ਕੋਈ ਇਹੋ ਜਿਹੀਆਂ ਗੱਲਾਂ 'ਤੇ ਹਜੇ ਆਪਾਂ ਕੋਈ ਵੀ ਪੱਕੀ ਤੌਰ 'ਤੇ ਗੱਲ ਨਹੀਂ ਕਹਿ ਸਕਦੇ। ਆਪਾਂ ਨੂੰ ਟਾਈਮ ਦੇਣਾ ਚਾਹੀਦਾ ਪੁਲਿਸ ਨੂੰ ਕਿ ਉਹ ਆਪਣੀ ਵਿਸਥਾਰਪੂਰਵਕ ਜਾਂਚ ਕਰੇ। ਇੱਕ ਤਰ੍ਹਾਂ ਦਾ ਟ੍ਰੈਂਡ ਆਪਣਾ ਬਣਿਆ ਹੋਇਆ ਆਲ ਓਵਰ ਪੰਜਾਬ ਕਿ ਲੜਕੀਆਂ ਕਿਉਂਕਿ ਉਹ ਪੜ੍ਹਨ 'ਚ ਹੁਸ਼ਿਆਰ ਨੇ, ਲੜਕੇ ਆਪਣੇ ਉਹਨੇ ਪੜ੍ਹਨ 'ਚ ਹੁਸ਼ਿਆਰ ਨਹੀਂ ਹੈਗੇ, ਉਹ ਲੜਕੀਆਂ ਪਹਿਲਾਂ ਬਾਹਰ ਚਲੀਆਂ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਫਿਰ ਉਹ ਲੜਕਿਆਂ ਨੂੰ ਨਾਲ ਲੈ ਕੇ ਜਾਂਦੀਆਂ ਨੇ। ਆਪਣੇ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਉਤਾਵਲੇ ਨੇ ਬਾਹਰ ਜਾਣ ਨੂੰ, ਉਹਦੇ ਲਈ ਕੋਈ ਵੀ ਸਾਧਨ ਉਹ ਕਰਨਾ ਚਾਹੁੰਦੇ ਨੇ ਵੀ ਕਿਸ ਤਰ੍ਹਾਂ ਵੀ ਅਸੀਂ ਬਾਹਰ ਚਲੇ ਜਾਈਏ। ਪਹਿਲਾਂ ਕੁਛ ਟਰੈਵਲ ਏਜੰਟਾਂ ਦੇ ਥਰੂ ਜਾਂਦੇ ਸੀ, ਹੁਣ ਸ਼ਾਦੀਆਂ ਕਰਕੇ ਜਾਣ ਦਾ ਇੱਕ ਰੁਝਾਨ ਬਣਿਆ। ਜਿੱਥੋਂ ਥਾਈਂ ਡਿਪੋਰਟੇਸ਼ਨ ਦਾ ਸਵਾਲ ਆ ਉਹ ਬੜੀ ਟੈਕਨੀਕਲ ਪ੍ਰੋਸੈਸ ਆ। ਮੈਂ ਜਦੋਂ SSP ਸੰਗਰੂਰ ਹੁੰਦਾ ਸੀ ਉਦੋਂ ਅਸੀਂ ਡਿਪੋਰਟੇਸ਼ਨ ਦਾ ਕੇਸ ਸ਼ੁਰੂ ਕੀਤਾ ਸੀਗਾ। ਜੱਸੀ ਮਰਡਰ ਕੇਸ ਦੇ ਵਿੱਚ ਉਹਦੀ ਮਾਂ ਅਤੇ ਉਹਦੇ ਮਾਮੇ ਦਾ ਮਲਕੀਅਤ ਕੌਰ ਅਤੇ ਵਿਦੇਸ਼ੇ ਦਾ ਕੇਸ ਸ਼ੁਰੂ ਕੀਤਾ ਸੀ। ਇਹ 2003 ਦੀ ਗੱਲ ਆ। ਉਦੋਂ ਅਸੀਂ ਸ਼ੁਰੂ ਕੀਤਾ ਸੀ ਅਤੇ 2019 'ਚ ਜਾ ਕੇ ਉਹਨਾਂ ਦੀ ਡਿਪੋਰਟੇਸ਼ਨ ਹੋਈ ਸੀ। ਔਰ ਉਹ ਜਿਹੜਾ ਕੇਸ ਸੀਗਾ ਉਹ ਮਰਡਰ ਦਾ ਕੇਸ ਸੀਗਾ। ਜੱਸੀ ਦਾ ਮਰਡਰ ਕੀਤਾ ਗਿਆ ਸੀ PS ਅਮਰਗੜ੍ਹ ਦੇ ਨਾਰਿਕੇ ਕੋਲ। ਅਤੇ ਇਹ ਡਿਪੋਰਟੇਸ਼ਨ ਆਇਆ ਇਹ ਲਵਪ੍ਰੀਤ ਦੇ ਬਾਰੇ ਜਿਹੜੇ ਤੁਸੀਂ ਮੈਨੂੰ ਪੁੱਛਦੇ ਹੈਗੇ ਹੋ, ਮੈਂ ਇਸ ਦੇ ਤਹਿਤ ਹਜੇ ਕੁਛ ਨਹੀਂ ਕਹਿ ਸਕਦਾ। ਮੈਨੂੰ ਯਾਦ ਪੈਂਦਾ ਇਸ ਕੇਸ ਦੇ ਵਿੱਚ, ਜੱਸੀ ਵਾਲੇ ਕੇਸ ਦੇ ਵਿੱਚ, ਕਿ ਉਹ ਇੱਕ ਵਾਰੀ ਸਾਡੀ ਟੀਮ ਉੱਥੋਂ ਉਹਨਾਂ ਨੂੰ ਲੈ ਕੇ ਚੱਲ ਵੀ ਪਈ ਸੀ, ਪਰ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਉਤਾਰ ਲਿਆ ਗਿਆ ਕਿਉਂਕਿ ਉੱਥੇ ਉਹਨਾਂ ਨੇ ਫਿਰ ਦੁਬਾਰਾ ਅਪੀਲ ਕਰਤੀ ਸੀ। ਸੋ ਕੋਈ 16 ਸਾਲ ਦਾ ਵਕਫਾ ਲੱਗਿਆ ਇੱਕ ਮਰਡਰ ਕੇਸ ਦੇ ਵਿੱਚ। ਤੋ ਇਸ ਦਾ ਤਾਂ ਹਜੇ ਆਪਾਂ ਨੇ ਇਹ ਡਿਸਾਈਡ ਕਰਨਾ ਵੀ ਇਹ ਕੇਸ ਬਣਦਾ ਵੀ ਆ ਕਿ ਨਹੀਂ ਬਣਦਾ। ਸਤਿ ਸ਼੍ਰੀ ਅਕਾਲ। ਜਗਬਾਣੀ TV ਤੇ ਅੱਜ ਅਸੀਂ ਇੱਕ ਅਹਿਮ ਸ਼ਖਸ ਨੂੰ ਜੋੜਿਆ ਹੈ ਕਿਉਂਕਿ ਮੁੱਦਾ ਅਜਿਹਾ ਗਰਮਾਇਆ ਹੋਇਆ ਹੈ ਜਿਹੜਾ ਕੈਨੇਡਾ ਤੇ ਇੰਡੀਆ ਨੂੰ ਜੋੜਦਾ ਹੈ। ਕੈਨੇਡਾ ਤੇ ਇੰਡੀਆ ਨੂੰ ਇਸ ਤਰੀਕੇ ਨਾਲ ਜੋੜਦਾ ਹੈ। ਬੇਅੰਤ ਕੌਰ ਤੇ ਲਵਪ੍ਰੀਤ ਸਿੰਘ ਦਾ ਮੁੱਦਾ ਜਿਹੜਾ ਹੈ ਉਹ ਬਹੁਤ ਭਖਿਆ ਹੋਇਆ ਹੈ ਅਤੇ ਬਹੁਤ ਸਾਰੇ ਇਲਜ਼ਾਮਬਾਜ਼ੀਆਂ ਜਿਹੜੀਆਂ ਨੇ ਦੋਵੇਂ ਧਿਰਾਂ ਵਿੱਚ ਲੱਗ ਰਹੀਆਂ ਨੇ ਅਤੇ ਪੰਜਾਬ ਸਰਕਾਰ ਨੇ ਇੱਕ ਸਪੈਸ਼ਲ NRI ਵਿੰਗ ਬਣਾਇਆ ਹੋਇਆ ਹੈ ਜਿਸ ਦੀ ਜ਼ਿੰਮੇਵਾਰੀ ਜਿਹੜੀ ਹੈ ਅਜਿਹੇ ਮਾਮਲਿਆਂ 'ਤੇ ਹੀ ਨਜ਼ਰ ਰੱਖਣ ਦੇ ਲਈ ਹੈ, ਅਜਿਹੇ ਮਾਮਲਿਆਂ ਦੇ ਨਾਲ ਨਜਿੱਠਣ ਲਈ ਹੀ ਹੈ। ਸਾਡੇ ਨਾਲ ਨੇ ADGP ਅਮਰਦੀਪ ਸਿੰਘ ਰਾਏ ਜਿਹੜੇ NRI ਵਿੰਗਸ ਨੂੰ ਲੀਡ ਕਰ ਰਹੇ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਅਮਰਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਮਰਦੀਪ ਜੀ, ਇਸ ਮਾਮਲੇ ਬਾਰੇ ਤੁਸੀਂ ਜਾਣਦੇ ਹੀ ਹੋ ਕਿੰਨਾ ਭਖਿਆ ਹੋਇਆ ਮਾਮਲਾ। ਤੁਹਾਡੇ ਡਿਪਾਰਟਮੈਂਟ ਵਿੱਚ ਵੀ ਤਮਾਮ ਡਿਟੇਲਸ ਆਈਆਂ ਹੋਣੀਆਂ ਹੈ। ਲਗਾਤਾਰ ਸੋਸ਼ਲ ਮੀਡੀਆ 'ਤੇ ਹੁਣੇ ਮੰਗ ਇੱਕ ਮਤਲਬ ਮੁੰਡੇ ਧਿਰ ਵੱਲੋਂ ਇਹ ਜਾਂ ਫਿਰ ਸੋਸ਼ਲ ਮੀਡੀਆ 'ਤੇ ਇਹ ਮੰਗ ਉੱਠ ਰਹੀ ਹੈ ਕੁੜੀ ਨੂੰ ਡਿਪੋਰਟ ਕੀਤਾ ਜਾਵੇ ਜਿਹੜੀ ਉਸ ਪਾਸੇ ਕੈਨੇਡਾ ਵਿੱਚ ਹੈ, ਬੇਅੰਤ ਕੌਰ। ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ, ਇਲਜ਼ਾਮ ਤਰਾਸ਼ੀਆਂ ਚੱਲ ਰਹੀਆਂ ਨੇ। ਤੁਹਾਡੇ ਡਿਪਾਰਟਮੈਂਟ ਵਿੱਚ ਕੀ ਕੁਝ ਘੋਖ ਹੋਈ ਹੈ? ਦੇਖੋ, ਇਹ ਜਿਹੜਾ ਮਸਲਾ ਹੈਗਾ ਲਵਪ੍ਰੀਤ ਤੇ ਬੇਅੰਤ ਕੌਰ ਵਾਲਾ, ਇਹ ਮਸਲਾ ਸਾਡਾ ਬਰਨਾਲਾ ਪੁਲਿਸ ਬਰਨਾਲਾ ਡਿਸਟ੍ਰਿਕਟ ਬਣ ਗਿਆ ਹੁਣ ਤਾਂ। ਬਰਨਾਲੇ ਡਿਸਟ੍ਰਿਕਟ ਦੇ ਵਿੱਚ ਇਹਦੇ ਬਾਰੇ ਤਹਿਕੀਕਾਤ ਕੀਤੀ ਜਾ ਰਹੀ ਹੈ। ਇਹਦੇ ਜਿਹੜੇ ਤੱਥ ਮੈਂ ਪਤਾ ਕੀਤੇ ਹੈਗੇ ਨੇ ਉਹ ਤੱਥਾਂ ਦੇ ਆਧਾਰ 'ਤੇ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ। ਲਵਪ੍ਰੀਤ ਤੇ ਬੇਅੰਤ ਕੌਰ ਦੀ ਆਪਸ 'ਚ ਸ਼ਾਦੀ ਹੋਈ ਸੀ। ਜਿਹੜੀ ਸ਼ਾਦੀ ਦੀ ਮਿਤੀ ਹੈਗੀ ਆ ਉਹ ਹੈਗੀ ਤੁਹਾਡਾ 7/8/2019 ਨੂੰ ਰੈਜ਼ੀਡੈਂਟ ਪਲਾਜ਼ਾ ਆਸਥਾ ਕਲੋਨੀ ਬਰਨਾਲਾ ਵਿਖੇ ਦੋਨਾਂ ਦਾ ਵਿਆਹ ਹੋਇਆ ਸੀਗਾ। ਅਤੇ ਉਸ ਤੋਂ ਬਾਅਦ ਵਿਆਹ ਹੋਣ ਤੋਂ ਬਾਅਦ ਇਹ ਲੜਕਾ ਵਾਲੀ ਪਾਰਟੀ ਬੰਨਿਓ ਹੁਣ ਪਹਿਲਾਂ ਤਾਂ
ਜਦੋਂ ਇਹ ਲੜਕੇ ਦੀ ਅਨਫੋਰਚੂਨੇਟ ਡੈਥ ਹੋਈ ਤਾਂ ਉਹਨਾਂ ਨੇ 174 ਦੀ ਕਾਰਵਾਈ ਕਰਾਈ, ਜਿਹਦੇ ਵਿੱਚ ਉਹਨਾਂ ਨੂੰ ਕੋਈ ਖਾਦਸ਼ਾ ਨਹੀਂ ਸੀਗਾ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ। ਪਰ ਇੱਕ ਹਫ਼ਤੇ ਦੇ ਬਾਅਦ ਉਹਨਾਂ ਨੇ ਇਹ ਦਰਖਾਸਤ ਦਿੱਤੀ ਕਿ ਇਹਦੀ ਜਿਹੜੀ ਸੁਸਾਈਡ ਹੋਈ ਆ ਉਹ ਇਸ ਕਾਰਨ ਹੋਈ ਆ ਕਿ ਉਹ ਲੜਕੀ ਇਹਨੂੰ ਬਾਹਰ ਨਹੀਂ ਲੈ ਕੇ ਜਾ ਰਹੀ। ਤੋ ਉਹ ਤੱਥਾਂ ਦੇ ਉੱਤੇ ਮੈਂ SSP ਬਰਨਾਲਾ ਨਾਲ ਅੱਜ ਗੱਲ ਕੀਤੀ ਹੈ। ਉਹਨਾਂ ਨੇ ਮੇਰੇ ਇਲਮ ਦੇ ਵਿੱਚ ਲਿਆਂਦਾ ਕਿ ਉਹ ਇਹ ਸਾਰੇ ਤੱਥਾਂ ਦੀ ਜਾਣਕਾਰੀ ਹਾਸਲ ਕਰ ਰਹੇ ਨੇ। ਉਹਨਾਂ ਨੇ ਲੜਕੇ ਵਾਲਿਆਂ ਦਾ ਪੱਖ ਸੁਣਿਆ ਹੈਗਾ, ਲੜਕੀ ਵਾਲਿਆਂ ਨੂੰ ਅੱਜ ਉੱਥੇ ਬੁਲਾਇਆ ਗਿਆ ਹੈਗਾ, ਲੜਕੀ ਵਾਲੇ ਅੱਜ ਜਾ ਕੇ ਆਪਣਾ ਪੱਖ ਦੱਸਣਗੇ। ਦੋਨਾਂ ਪੱਖਾਂ ਦੇ ਜਾਂਚ ਕਰਨ ਤੋਂ ਬਾਅਦ ਹੀ ਕਿਸੇ ਨਤੀਜੇ 'ਤੇ ਪਹੁੰਚਿਆ ਜਾ ਸਕਦਾ ਵੀ ਇਹਦੇ 'ਚ ਸੱਚਾਈ ਕੀ ਹੈਗੀ ਆ। ਆਇਆ ਲੜਕੀ ਨਹੀਂ ਲੈ ਕੇ ਗਈ ਜਾਂ ਕੋਈ ਇਸ ਤਰ੍ਹਾਂ ਦਾ ਪ੍ਰੋਸੀਜਰ ਸੀਗਾ ਜਿਹਦੇ ਤਹਿਤ ਉਹ ਲੜਕੀ ਲੈ ਕੇ ਜਾਣਾ ਚਾਹੁੰਦੀ ਸੀ, ਪਰ ਕੋਵਿਡ ਕਰਕੇ ਵੀ ਆਪਣੇ ਕਾਫੀ ਰਿਸਟ੍ਰਿਕਸ਼ਨਾਂ ਲੱਗੀਆਂ ਹੋਈਆਂ ਨੇ ਅਤੇ ਉਹ ਕੋਵਿਡ ਕਰਕੇ ਤਾਂ ਨਹੀਂ ਕੋਈ ਇਹੋ ਜਿਹੀਆਂ ਗੱਲਾਂ 'ਤੇ ਹਜੇ ਆਪਾਂ ਕੋਈ ਵੀ ਪੱਕੀ ਤੌਰ 'ਤੇ ਗੱਲ ਨਹੀਂ ਕਹਿ ਸਕਦੇ। ਆਪਾਂ ਨੂੰ ਟਾਈਮ ਦੇਣਾ ਚਾਹੀਦਾ ਪੁਲਿਸ ਨੂੰ ਕਿ ਉਹ ਆਪਣੀ ਵਿਸਥਾਰਪੂਰਵਕ ਜਾਂਚ ਕਰੇ ਔਰ ਜਾਂਚ ਕਰਨ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੀ, ਪਰ ਬਹੁਤ ਸਾਰੀਆਂ ਚਰਚਾਵਾਂ ਅਜਿਹੀਆਂ ਹੋ ਰਹੀਆਂ ਨੇ ਕਿ ਜਿਹੜੀ ਕੁੜੀ ਹੈ, ਜੋ ਚਰਚਾ ਚੱਲ ਰਹੀ ਹੈ, ਬਾਕੀ ਤਾਂ ਤੁਸੀਂ ਕਹਿ ਰਹੇ ਜਾਂਚ ਦਾ ਵਿਸ਼ਾ ਹੈ, ਕਿ ਮੁੰਡੇ ਨੂੰ ਜਿਹੜਾ ਹੈ ਉੱਥੇ ਲਿਜਾਣ ਨੂੰ ਲੈ ਕੇ ਜਾਂ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੇ ਬਹੁਤ ਜ਼ਿਆਦਾ ਮਦਦ ਕੀਤੀ, ਪੈਸੇ ਲਾਏ ਉੱਤੇ ਅਤੇ ਬਾਅਦ ਵਿੱਚ ਕੁੜੀ ਹੈ ਮੁੱਕਰ ਗਈ, ਹੁਣ ਉਹਨੂੰ ਡਿਪੋਰਟ ਕਰਨਾ ਚਾਹੀਦਾ। ਅਜਿਹੇ ਤੁਹਾਡੇ ਸਾਹਮਣੇ ਕਿੰਨੇ ਕੁ ਮਾਮਲੇ ਸਾਹਮਣੇ ਆਉਂਦੇ ਨੇ ਅਜਿਹੇ, ਅਤੇ ਕਿਵੇਂ ਇਸ ਨੂੰ ਨਜਿੱਠਿਆ ਜਾਂਦਾ? ਦੇਖੋ, ਇਹ ਸਾਡੇ ਕੋਲ ਲਗਾਤਾਰ ਇਹਨਾਂ ਮਾਮਲਿਆਂ ਦੀ ਜਿਹੜੀ ਰਿਪੋਰਟਿੰਗ ਆ ਉਹ ਇਨਕਰੀਜ਼ ਹੋਈ ਆ। ਇਹ ਇੱਕ ਤਰ੍ਹਾਂ ਦਾ ਟਰੈਂਡ ਆਪਣਾ ਬਣਿਆ ਹੋਇਆ ਆਲ ਓਵਰ ਪੰਜਾਬ ਕਿ ਲੜਕੀਆਂ, ਕਿਉਂਕਿ ਉਹ ਪੜ੍ਹਨ 'ਚ ਹੁਸ਼ਿਆਰ ਨੇ, ਲੜਕੇ ਆਪਣੇ ਉਹਨੇ ਪੜ੍ਹਨ 'ਚ ਹੁਸ਼ਿਆਰ ਨਹੀਂ ਹੈਗੇ, ਉਹ ਲੜਕੀਆਂ ਪਹਿਲਾਂ ਬਾਹਰ ਚਲੀਆਂ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਫਿਰ ਉਹ ਲੜਕਿਆਂ ਨੂੰ ਨਾਲ ਲੈ ਕੇ ਜਾਂਦੀਆਂ ਨੇ। ਮੈਂ ਤੁਹਾਨੂੰ ਕੁਛ ਤੱਥ ਮੈਂ ਇਕੱਠੇ ਕੀਤੇ, ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਲੈਂਦਾ। ਜਿਸ ਤਰ੍ਹਾਂ ਇਸ ਮਾਮਲੇ ਦੇ ਤਹਿਤ ਹੀ 2019 'ਚ ਸਾਡੇ ਕੋਲ 6 ਪਰਚੇ ਦਰਜ ਹੋਏ ਅਤੇ ਸਾਨੂੰ ਕੋਈ 16 ਦਰਖਾਸਤਾਂ ਆਈਆਂ। 2020 ਦੇ ਵਿੱਚ ਇਹ ਪਰਚਿਆਂ ਦੀ ਗਿਣਤੀ ਵੱਧ ਕੇ 11 ਹੋ ਗਈ ਔਰ ਸਾਨੂੰ ਕੋਈ 26 ਦਰਖਾਸਤਾਂ ਆਈਆਂ। ਔਰ 2021 ਹਜੇ ਆਪਾਂ 2021 ਦੇ ਅੱਧ 'ਚ ਪਹੁੰਚੇ ਹਾਂ ਅਤੇ ਆਲਰੇਡੀ ਇਸ ਤਹਿਤ ਸਾਡੇ ਕੋਲ 9 ਪਰਚੇ ਦਰਜ ਹੋ ਗਏ ਅਤੇ ਕੋਈ 31 ਦਰਖਾਸਤਾਂ ਸਾਡੇ ਕੋਲ ਆ ਚੁੱਕੀਆਂ ਹੈਗੀਆਂ ਨੇ। ਸੋ ਇਹ ਮੇਰੇ ਕਹਿਣ ਤੋਂ ਭਾਵ ਆ ਕਿ ਇਸ ਤਰ੍ਹਾਂ ਦਾ ਟਰੈਂਡ ਤਾਂ ਇੱਕ ਹੋ ਰਿਹਾ ਹੈਗਾ, ਪਰ ਇਹ ਜਿਹੜਾ ਟਰੈਂਡ ਆ ਇਹਦਾ ਬੇਸਿਕ ਕਾਜ਼ ਇਹ ਆ ਕਿ ਆਪਣੇ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਉਤਾਵਲੇ ਨੇ ਬਾਹਰ ਜਾਣ ਨੂੰ। ਉਹਦੇ ਲਈ ਕੋਈ ਵੀ ਸਾਧਨ ਉਹ ਕਰਨਾ ਚਾਹੁੰਦੇ ਨੇ ਵੀ ਕਿਸ ਤਰ੍ਹਾਂ ਵੀ ਅਸੀਂ ਬਾਹਰ ਚਲੇ ਜਾਈਏ। ਪਹਿਲਾਂ ਕੁਛ ਟਰੈਵਲ ਏਜੰਟਾਂ ਦੇ ਥਰੂ ਜਾਂਦੇ ਸੀ, ਹੁਣ ਸ਼ਾਦੀਆਂ ਕਰਕੇ ਜਾਣ ਦਾ ਇੱਕ ਰੁਝਾਨ ਬਣਿਆ। ਇਹਦੇ ਤਹਿਤ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਇਸ ਤੱਥ ਤੋਂ ਜਾਣੂ ਆ ਔਰ ਸਰਕਾਰਾਂ ਦਾ ਇਹ ਕੰਮ ਹੁੰਦਾ ਕਿ ਉਹ ਲੋਕਾਂ ਨੂੰ ਇੱਕ ਸੇਧ ਦੇਣ, ਇੱਕ ਸਿੱਧਾ ਰਸਤਾ ਦੇਣ। ਅਤੇ ਪੰਜਾਬ ਸਰਕਾਰ ਨੇ ਆਪਣਾ ਪੰਜਾਬ ਘਰ ਘਰ ਰੋਜ਼ਗਾਰ ਯੋਜਨਾ ਦੇ ਤਹਿਤ ਇੱਕ ਸਪੈਸ਼ਲ ਸੈੱਲ ਖੋਲ੍ਹਿਆ ਹੈਗਾ, ਜਿਹਨੂੰ ਨਾਮ ਦਿੱਤਾ ਗਿਆ ਪੰਜਾਬ ਸਟੱਡੀ ਐਂਡ ਪਲੇਸਮੈਂਟ ਸੈੱਲ। ਇਹ ਆਪਾਂ ਨੇ ਪੰਜਾਬ ਸਰਕਾਰ ਨੇ ਇਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਕੋਲੈਬੋਰੇਸ਼ਨ ਨਾਲ, ਉਹਨਾਂ ਦੇ ਸਹਿਯੋਗ ਨਾਲ ਖੋਲ੍ਹਿਆ ਹੈਗਾ, ਕਿਉਂਕਿ ਪਲੇਸਮੈਂਟ ਜਿਹੜੀ ਕਰਨੀ ਆ ਉੱਥੇ ਕਿਹੜੀ ਨੌਕਰੀ ਅਵੇਲੇਬਲ ਆ ਉਹਦੇ ਮੁਤਾਬਕ ਆਪਾਂ ਆਪਣੇ ਬੱਚੇ ਇੱਥੋਂ ਭੇਜ ਪਾਈਏ। ਉਹਦੇ ਤਹਿਤ MEA ਦਾ ਕੰਮ ਹੁੰਦਾ, ਸਟੱਡੀ ਦਾ ਉੱਥੇ ਕਿਹੜੇ ਅੱਛੇ ਕਾਲਜ ਨੇ, ਕੋਈ ਫਰਜ਼ੀ ਕਾਲਜ ਤਾਂ ਨਹੀਂ ਜਿੱਥੇ ਜਾ ਕੇ ਆਪਣੇ ਬੱਚੇ ਫਸ ਜਾਣ ਔਰ ਉੱਥੇ ਕੋਈ ਸਟੱਡੀ ਹੁੰਦੀ ਨਾ ਹੋਵੇ, ਵੈਸੇ ਹੀ ਇੱਕ ਮਾਈਗ੍ਰੇਸ਼ਨ ਦਾ ਰੈਕਟ ਹੋਵੇ। ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਚੈੱਕ ਕਰਨ ਲਈ ਪੰਜਾਬ ਸਟੱਡੀ ਐਂਡ ਪਲੇਸਮੈਂਟ ਸੈੱਲ ਆਪਣੇ ਖੋਲ੍ਹਿਆ ਗਿਆ ਪੰਜਾਬ ਸਰਕਾਰ ਵੱਲੋਂ, ਜਿਹਦਾ ਕਿ ਦਫ਼ਤਰ ਪੰਜਾਬ ਮੰਡੀ ਬੋਰਡ ਦੀ ਬਿਲਡਿੰਗ ਵਿੱਚ ਸੈਕਟਰ 65 ਦੇ ਵਿੱਚ ਮੁਹਾਲੀ ਵਿੱਚ ਸਥਿਤ ਹੈਗਾ। ਉੱਥੇ ਪ੍ਰੋਫੈਸਰ ਰਮੇਸ਼ ਸ਼ਰਮਾ ਹੈਗੇ ਨੇ, ਜਿਨ੍ਹਾਂ ਨਾਲ ਮੇਰੀ ਮੌਕੇ 'ਤੇ ਮੌਕੇ ਗੱਲ ਹੁੰਦੀ ਰਹਿੰਦੀ ਆ। ਉਹਨਾਂ ਨੇ ਮੈਨੂੰ ਜਾਣੂ ਕਰਾਇਆ ਕਿ ਇਸ ਫਰਵਰੀ 'ਚ ਸ਼ੁਰੂ ਹੋਇਆ ਸੀ ਅਤੇ ਹੁਣ ਆਪਾਂ ਜੁਲਾਈ ਦੇ ਮਹੀਨੇ 5 ਮਹੀਨਿਆਂ ਦੇ ਤਹਿਤ ਹੀ ਉਹਨਾਂ ਨੇ ਕੋਈ 500 ਬੱਚੇ ਨੂੰ ਗਾਈਡੈਂਸ ਦਿੱਤੀ ਆ ਇਸ ਚੀਜ਼ ਦੇ ਉੱਤੇ। ਔਰ ਇਹ ਕੋਵਿਡ ਦਾ ਟਾਈਮ ਆ, ਕੋਵਿਡ ਦੇ ਟਾਈਮ ਕਰਕੇ ਇਹ ਥੋੜ੍ਹਾ ਘੱਟ ਚੱਲ ਰਿਹਾ, ਪਰ ਜਿਉਂ ਟਾਈਮ ਬੈਟਰ ਹੋਣਗੇ ਅਤੇ ਮੈਂ ਤਾਂ ਤੁਹਾਡੇ ਮਾਧਿਅਮ ਦੇ ਰਾਹੀਂ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਕਿ
ਉਹ ਇਹੀ ਅਪੀਲ ਕਰਨਾ ਚਾਹਾਂਗਾ ਕਿ ਉਹ ਆਪਣਾ ਕੋਈ ਸਿੱਧੇ ਢੰਗ ਅਪਣਾਉਣ, ਕੋਈ ਇਹੋ ਜਿਹਾ ਢੰਗ ਨਾਲ ਅਪਣਾਉਣ ਜਿਹਦੇ ਨਾਲ ਉਹਨਾਂ ਨੂੰ ਵੀ ਉੱਥੇ ਜਾ ਕੇ ਨਮੋਸ਼ੀ ਹੋਵੇ ਔਰ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਇੱਥੇ ਨਮੋਸ਼ੀ ਹੋਵੇ। ਔਰ ਇਹੋ ਜਿਹੀਆਂ ਦੁਰਘਟਨਾਵਾਂ, ਮੈਂ ਤਾਂ ਇਹਨੂੰ ਇੱਕ ਦੁਰਘਟਨਾ ਹੀ ਕਹਾਂਗਾ, ਇਹੋ ਜਿਹੀਆਂ ਦੁਰਘਟਨਾਵਾਂ ਨਾ ਹੋਣ। ਆਪਣੇ ਬੜੇ ਪਵਿੱਤਰ ਰਿਸ਼ਤੇ ਨੇ, ਸ਼ਾਦੀ ਦਾ ਬੜਾ ਪਵਿੱਤਰ ਰਿਸ਼ਤਾ, ਜੇ ਆਪਾਂ ਕਿਸੇ ਨਾਲ ਸ਼ਾਦੀ ਕਰਦੇ ਹਾਂ ਤਾਂ ਉਹ ਇੱਕ ਆਪਾਂ ਨੇ ਗੁਰੂ ਦੀ ਪ੍ਰੈਜ਼ੈਂਸ ਦੇ ਵਿੱਚ ਇੱਕ ਕਸਮ ਖਾਧੀ ਹੁੰਦੀ ਹੈ, ਇੱਕ ਬੰਧਨ ਬੰਧਿਆ ਹੁੰਦਾ। ਉਹੋ ਜਿਹੇ ਬੰਧਨ ਆਪਣੇ, ਉਹ ਬੰਧਨਾਂ ਦੇ ਵਿੱਚ ਆਪਾਂ ਬੰਧੇ ਰਹੀਏ, ਆਪਾਂ ਉਹਨਾਂ ਨੂੰ ਤੋੜੀਏ ਨਾ, ਉਹਨਾਂ ਦੀ ਜਿਹੜੀ ਇੱਕ ਸੈਂਕਟਿਟੀ ਹੈਗੀ ਆ ਉਹਨੂੰ ਮੇਨਟੇਨ ਕਰ ਪਾਈਏ। ਇੱਕ ਅਸੀਂ ਸਵਾਲ ਪੁੱਛਣਾ ਚਾਹਾਂਗੇ ਕਿ ਇਸ ਤਰੀਕੇ ਦੇ ਕੇਸ ਜਿਹੜੇ ਨੇ ਤੁਸੀਂ ਬਹੁਤ ਸਾਰੀ ਮਤਲਬ ਗਿਣਤੀ ਗਿਣਵਾਈ ਹੈ, ਅਜਿਹੇ ਵੀ ਜਿਵੇਂ ਮੁੰਡਾ ਜਾਂ ਕੁੜੀ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ ਦੂਜੇ ਦੇਸ਼, ਕੈਨੇਡਾ ਜਾਂ ਆਸਟ੍ਰੇਲੀਆ, ਫਿਰ ਉੱਥੇ ਜਾ ਕੇ ਇਸ ਤਰੀਕੇ ਦੀ ਗੱਲ ਹੋ ਜਾਂਦੀ ਹੈ ਕਿ ਉਹ ਮੁੱਕਰ ਜਾਂਦੇ ਨੇ ਆਪਣੇ ਵਾਅਦੇ ਤੋਂ। ਸੋ ਅਜਿਹੇ ਤੁਸੀਂ ਕੇਸਿਸ ਵੇਖੇ ਹੋਣਗੇ, ਕਿਹੋ ਜਿਹੀ ਕਾਰਵਾਈ ਹੁੰਦੀ ਜਿੱਦਾਂ ਇਸ ਕੇਸ ਵਿੱਚ ਡੀਪੋਰਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਤੁਸੀਂ ਕੇਸ ਸਟੱਡੀਜ਼ ਵੇਖੀਆਂ ਹੋਣੀਆਂ, ਕੀ ਕਾਰਵਾਈ ਹੁੰਦੀ ਵੇ? ਦੇਖੋ, ਜਿੱਥੋਂ ਥਾਈਂ ਡਿਪੋਰਟੇਸ਼ਨ ਦਾ ਸਵਾਲ ਆ, ਉਹ ਬੜੀ ਟੈਕਨੀਕਲ ਪ੍ਰੋਸੈਸ ਆ। ਮੈਂ ਜਦੋਂ SSP ਸੰਗਰੂਰ ਹੁੰਦਾ ਸੀ ਉਦੋਂ ਅਸੀਂ ਡਿਪੋਰਟੇਸ਼ਨ ਦਾ ਕੇਸ ਸ਼ੁਰੂ ਕੀਤਾ ਸੀਗਾ। ਜੱਸੀ ਮਰਡਰ ਕੇਸ ਦੇ ਵਿੱਚ ਉਹਦੀ ਮਾਂ ਤੇ ਉਹਦੇ ਮਾਮੇ ਦਾ, ਮਲਕੀਅਤ ਕੌਰ ਤੇ ਵਿਦੇਸ਼ੀ ਦਾ ਕੇਸ ਸ਼ੁਰੂ ਕੀਤਾ ਸੀ। ਇਹ 2003 ਦੀ ਗੱਲ ਆ। ਉਦੋਂ ਅਸੀਂ ਸ਼ੁਰੂ ਕੀਤਾ ਸੀ ਤੇ 2019 'ਚ ਜਾ ਕੇ ਉਹਨਾਂ ਦੀ ਡਿਪੋਰਟੇਸ਼ਨ ਹੋਈ ਸੀ। ਔਰ ਉਹ ਜਿਹੜਾ ਕੇਸ ਸੀਗਾ ਉਹ ਮਰਡਰ ਦਾ ਕੇਸ ਸੀਗਾ। ਜੱਸੀ ਦਾ ਮਰਡਰ ਕੀਤਾ ਗਿਆ ਸੀ PS ਅਮਰਗੜ੍ਹ ਦੇ ਨਾਰਿਕੇ ਕੋਲੇ। ਤੇ ਇਹ ਡਿਪੋਰਟੇਸ਼ਨ ਆਇਆ, ਇਹ ਲਵਪ੍ਰੀਤ ਦੇ ਬਾਰੇ ਜਿਹੜੇ ਤੁਸੀਂ ਮੈਨੂੰ ਪੁੱਛ ਰਹੇ ਹੈਗੇ ਹੋ, ਮੈਂ ਇਸ ਦੇ ਤਹਿਤ ਹਜੇ ਕੁਛ ਨਹੀਂ ਕਹਿ ਸਕਦਾ, ਕਿਉਂਕਿ ਹਜੇ ਤਾਂ ਪਹਿਲਾਂ ਬਰਨਾਲਾ ਪੁਲਿਸ ਉਹਦੇ ਬਾਰੇ ਤਹਿਕੀਕਾਤ ਕਰੇਗੀ। ਆਇਆ ਇਹਦੇ 'ਚ ਕੋਈ ਕ੍ਰਾਈਮ ਕਮਿਟ ਹੋਇਆ ਕਿ ਨਹੀਂ ਹੋਇਆ, ਜੇ ਕ੍ਰਾਈਮ ਕਮਿਟ ਹੋਇਆ ਤਾਂ ਉਹ ਕਿੱਥੇ ਹੋਇਆ, ਉਹ ਪੰਜਾਬ ਦੀ ਧਰਤੀ 'ਤੇ ਹੋਇਆ ਕਿ ਬਾਹਰ ਹੋਇਆ। ਜੇ ਬਾਹਰ ਹੋਇਆ ਤਾਂ ਉਹ ਸਰਕਾਰ ਨੇ ਦੇਖਣਾ ਹੈਗਾ। ਜੇ ਪੰਜਾਬ ਦੀ ਧਰਤੀ 'ਤੇ ਕੋਈ ਕ੍ਰਾਈਮ ਹੋਇਆ ਜਿਹਦੇ 'ਚ ਕਿਸੇ ਕੈਨੇਡੀਅਨ ਸਿਟੀਜ਼ਨ ਦਾ ਹੱਥ ਹੈਗਾ, ਜਿਸ ਤਰ੍ਹਾਂ ਬੇਅੰਤ ਕੌਰ ਹੁਣ ਉੱਥੇ ਪਰਮਾਨੈਂਟ ਰੈਜ਼ੀਡੈਂਟ ਹੋ ਗਈ, ਤਾਂ ਫਿਰ ਉਹ ਸਰਕਾਰ, ਆਪਣੀ ਸਰਕਾਰ ਉਹਨਾਂ ਦੀ ਕੈਨੇਡਾ ਦੀ ਸਰਕਾਰ ਨਾਲ ਟੇਕਅਪ ਕਰੇਗੀ। ਉਹਨਾਂ ਦੀ ਸਰਕਾਰ ਫਿਰ ਗਾਹਾਂ ਉੱਥੇ ਲੋਕਲ ਕੋਰਟ ਜਿਹੜੀ ਹੁੰਦੀ ਆ ਉਹ ਐਗਜ਼ਾਮਿਨ ਕਰਦੀ ਆ, ਅਤੇ ਉਸ ਐਗਜ਼ਾਮੀਨੇਸ਼ਨ ਤੋਂ ਬਾਅਦ ਹੀ ਉਹ ਆਪਦਾ ਕੋਈ ਸਿਟੀਜ਼ਨ ਅਲਾਓ ਕਰਦੇ ਨੇ ਇੱਧਰ ਭੇਜਣ ਦਾ। ਉਹ ਅਨਲੈਸ ਐਂਡ ਅਨਟਿਲ ਉਹ ਕੋਈ ਪੱਕੇ ਪੈਰੀਂ ਹੀ ਭੇਜਦੇ ਨੇ, ਕੱਚੇ ਪੈਰੀਂ ਨਹੀਂ ਭੇਜਦੇ। ਮੈਨੂੰ ਯਾਦ ਪੈਂਦਾ ਇਸ ਕੇਸ ਦੇ ਵਿੱਚ, ਜੱਸੀ ਵਾਲੇ ਕੇਸ ਦੇ ਵਿੱਚ, ਕਿ ਉਹ ਇੱਕ ਵਾਰੀ ਸਾਡੀ ਟੀਮ ਉੱਥੋਂ ਉਹਨਾਂ ਨੂੰ ਲੈ ਕੇ ਚੱਲ ਵੀ ਪਈ ਸੀ, ਪਰ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਉਤਾਰ ਲਿਆ ਗਿਆ, ਕਿਉਂਕਿ ਉੱਥੇ ਉਹਨਾਂ ਨੇ ਫਿਰ ਦੁਬਾਰਾ ਅਪੀਲ ਕਰਤੀ ਸੀ। ਸੋ ਕੋਈ 16 ਸਾਲ ਦਾ ਵਕਫਾ ਲੱਗਿਆ ਇੱਕ ਮਰਡਰ ਕੇਸ ਦੇ ਵਿੱਚ। ਤੋ ਇਸ ਦਾ ਤਾਂ ਹਜੇ ਆਪਾਂ ਨੇ ਇਹ ਡਿਸਾਈਡ ਕਰਨਾ ਵੀ ਇਹ ਕੇਸ ਬਣਦਾ ਵੀ ਆ ਕਿ ਨਹੀਂ ਬਣਦਾ, 306 ਦੀ ਪਰਿਭਾਸ਼ਾ 'ਚ ਆਉਂਦਾ ਵੀ ਆ ਕਿ ਨਹੀਂ ਆਉਂਦਾ, ਉਸ ਤੋਂ ਬਾਅਦ ਹੀ ਕੁਝ ਪਤਾ ਚੱਲੇਗਾ, ਹੈ ਨਾ ਜੀ। ਪਰ PR ਨੂੰ ਲੈ ਕੇ ਕਿਆ ਮਤਲਬ ਇਸ ਕੇਸ ਵਿੱਚ ਜਿਵੇਂ ਦੇਖੇ ਜਾਂ ਤੁਸੀਂ ਬਾਕੀ ਕੇਸਿਸ ਬਹੁਤ ਸਾਰੇ ਦੇਖੇ ਹੋਣਗੇ, ਜੇ ਜਿਹੜਾ ਕ੍ਰਾਈਮ ਹੈ ਉਹ ਪ੍ਰੂਵ ਹੁੰਦਾ ਹੈ ਤਾਂ ਉੱਥੇ ਜਿਹੜਾ ਬੰਦਾ ਬਸ ਗਿਆ ਜਾ ਕੇ ਉਹਦੀ PR 'ਤੇ ਕੋਈ ਖਤਰਾ ਆਉਂਦਾ ਹੈ? ਅਜਿਹਾ ਤੁਸੀਂ ਕੋਈ ਦੇਖੀ ਹੈ ਕੇਸ ਸਟੱਡੀ? ਹਾਂ ਬਿਲਕੁਲ। ਮੈਂ ਤਾਂ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ ਹੈਗੀ ਹੈ ਜੱਸੀ ਮਰਡਰ ਕੇਸ ਦੀ, ਇਹ ਤਾਂ ਉੱਥੋਂ ਦੇ ਪੱਕੇ ਬਸ਼ਿੰਦੇ ਸੀਗੇ, ਔਰ ਪੱਕੇ ਬਸ਼ਿੰਦੇ ਨਹੀਂ ਸੀ, ਮਤਲਬ ਬਹੁਤ ਦੇਰ ਤੋਂ ਉੱਥੇ ਬਸ਼ਿੰਦੇ ਸੀਗੇ, ਅਤੇ ਉਹਨਾਂ ਨੂੰ ਜੇ ਆਪਾਂ ਵਾਪਸ ਲੈ ਆਏ, ਅਤੇ ਜੇ ਕ੍ਰਾਈਮ ਕੋਈ ਬੰਦਾ ਉੱਥੋਂ ਦਾ ਇੱਥੇ ਕਰਕੇ ਇੱਥੇ ਦੇ ਕਿਸੇ ਕ੍ਰਾਈਮ 'ਚ, ਤਾਂ ਸਰਕਾਰਾਂ ਇੱਕ ਦੂਜੇ ਨਾਲ ਸਹਿਯੋਗ ਕਰਦੀਆਂ ਨੇ। ਆਪਣੀਆਂ ਐਕਸਟ੍ਰੈਡੀਸ਼ਨ ਟਰੀਟੀਜ਼ ਹੁੰਦੀਆਂ ਨੇ ਜਿਹੜੀਆਂ ਸਰਕਾਰਾਂ ਨੇ ਸਮਝੌਤਾ ਕੀਤਾ ਹੁੰਦਾ ਵੀ ਜੇ ਸਾਡਾ ਬੰਦਾ ਤੁਹਾਡੇ ਦੇਸ਼ ਦੇ ਵਿੱਚ ਕੋਈ ਕ੍ਰਾਈਮ ਕਰੇਗਾ ਤਾਂ ਅਸੀਂ ਉਹਨੂੰ ਤੁਹਾਡੇ ਦੇਸ਼ ਨੂੰ ਹੈਂਡਓਵਰ ਕਰਾਂਗੇ। ਅਤੇ ਕਾਨੂੰਨੀ ਕਾਰਵਾਈ ਜਿਹੜੀ ਹੈ, ਹੁਣ ਜਿੱਦਾਂ ਤੁਸੀਂ 16 ਸਾਲ ਜੱਸੀ ਮਰਡਰ ਕੇਸ ਦੀ ਗੱਲ ਕਰ ਰਹੇ ਹੋ, ਫਿਰ ਇਸ ਹਿਸਾਬ ਨਾਲ ਅਜਿਹੇ ਜੇ ਹੋਰ ਵੀ ਕੇਸ ਹੈ, ਉੱਧਰਲੇ ਪਾਸੇ ਵੀ ਕਾਨੂੰਨ ਦੀ ਲੜਾਈ ਲੜਨੀ ਹੈ, ਫਿਰ ਪੈਸਾ ਉੱਧਰਲੇ ਪਾਸੇ ਵੀ ਬਹੁਤ ਖਰਚਣਾ ਪੈਂਦਾ ਹੈ, ਅਤੇ ਮਤਲਬ ਕਾਨੂੰਨੀ ਕਾਰਵਾਈ ਉੱਧਰ ਵੀ ਲੰਬੀ ਕਾਫੀ ਜਾਂਦੀ ਹੈ। ਹਾਂ, ਉੱਥੇ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ, ਅਸੀਂ ਉੱਥੇ ਹਰ ਇੱਕ ਕੋਰਟ ਦੇ ਵਿੱਚ ਇਹ ਫਾਈਟ ਕੀਤਾ, ਪਹਿਲਾਂ ਲੋਕਲ ਕੋਰਟ 'ਚ, ਫਿਰ ਹਾਇਰ ਕੋਰਟ 'ਚ, ਫਿਰ ਉਹਨਾਂ ਦੀ ਨੈਸ਼ਨਲ ਕੋਰਟ 'ਚ ਇਹ ਕੇਸ ਫਾਈਟ ਕੀਤਾ, ਅਤੇ ਉਹਨੂੰ 16 ਸਾਲ ਲੱਗ ਗਏ। ਅਤੇ ਇਹ ਔਰ ਉੱਥੇ ਇੱਕ ਹੋਰ ਜਿਹੜਾ ਮੈਨੇ ਪਰਸਨਲੀ ਐਕਸਪੀਰੀਅੰਸ ਕੀਤਾ ਕਿ ਆਪਣੀ ਜਿਹੜੀ ਕਾਰਵਾਈ ਹੁੰਦੀ ਹੈ ਉਹ
ਪੰਜਾਬੀ 'ਚ ਹੁੰਦੀ ਆ, ਉੱਥੇ ਉਹ ਸਾਰੀ ਕਾਰਵਾਈ ਇੰਗਲਿਸ਼ 'ਚ ਹੁੰਦੀ ਆ, ਉਹਨੂੰ ਟਰਾਂਸਲੇਟ ਕਰਨਾ, ਉਹਨੂੰ ਉਹਨਾਂ ਦੀ ਕੋਰਟ ਦੀ ਲੈਂਗੁਏਜ ਦੇ ਮੁਤਾਬਕ ਕਰਨਾ, ਫਿਰ ਉੱਥੇ ਪ੍ਰੈਜ਼ੈਂਟ ਕਰਨਾ, ਇਹ ਸਾਰਾ ਕੁਛ ਲੰਬੀ ਪ੍ਰੋਸੈਸ ਆ। ਔਰ ਇਹਦੇ 'ਚ ਆਪਣਾ ਜਿਹੜੀ ਆਪਣੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆ, ਆਪਣੇ ਲੋਕਲ ਕਾਉਂਸਲੇਟ ਨੇ, ਉਹ ਵੀ ਸਾਡੀ ਮਦਦ ਕਰਦੇ ਨੇ। ਔਰ ਰਿਕਵਰੀ ਦੀ ਜੇ ਗੱਲ ਕੀਤੀ ਜਾਵੇ, ਜਿਵੇਂ ਇਹ ਕੇਸ ਹੈ, ਇਸ ਵਿੱਚ ਮੁੰਡੇ ਵਾਲੇ ਕਹਿ ਰਹੇ ਨੇ ਅਸੀਂ ਇੰਨਾ ਪੈਸਾ ਲਾਇਆ, ਇੰਨੀਆਂ ਫੀਸਾਂ ਭਰੀਆਂ ਅਸੀਂ। ਫਿਲਹਾਲ ਤਾਂ ਹਲੇ ਸ਼ੁਰੂਆਤੀ ਜਾਂਚ ਤੁਸੀਂ ਕਹਿ ਰਹੇ ਹੋ, ਪਰ ਅਜਿਹੇ ਤੁਸੀਂ ਹੋਰ ਵੀ ਕੇਸ ਦੇਖੇ ਹੋਣਗੇ। ਰਿਕਵਰੀ ਦਾ ਵੀ ਕੋਈ ਮਤਲਬ ਇਹਦੇ ਵਿੱਚ ਅੱਗੇ ਜਿਹੜਾ ਇਹ ਕਾਨੂੰਨੀ ਕਾਰਵਾਈ ਦੇ ਅੰਡਰ ਆਉਂਦਾ ਹੈ? ਦੇਖੋ, ਰਿਕਵਰੀ ਆਪਾਂ ਇਹ ਜਿਹੜੇ ਕੇਸ ਇਸ ਤਰ੍ਹਾਂ ਦੇ ਹੋ ਰਹੇ ਨੇ ਨਾ, ਇਹਦੇ 'ਚ ਦੋ ਗੱਲਾਂ ਨੇ ਜਿਹਦੇ ਬਾਰੇ ਆਪਾਂ ਨੂੰ ਆਪਣੀ ਕਲੈਰਿਟੀ ਆਫ ਥਾਟ ਹੋਣੀ ਚਾਹੀਦੀ ਆ। ਇੱਕ ਤਾਂ ਆਪਾਂ ਆਪਸ ਦੇ ਵਿੱਚ ਇੱਕ ਰਿਸ਼ਤਾ ਕਾਇਮ ਕਰ ਰਹੇ ਹਾਂ। ਜਦੋਂ ਆਪਾਂ ਨੇ ਕੋਈ ਰਿਸ਼ਤਾ ਕਾਇਮ ਕਰ ਲਿਆ, ਜਦੋਂ ਆਪਸ 'ਚ ਸ਼ਾਦੀ ਹੋ ਗਈ, ਮੁੰਡਾ ਕੁੜੀ ਇੱਕ ਪਰਿਵਾਰ ਹੋ ਗਿਆ, ਦੋਨੋਂ ਪਰਿਵਾਰ ਇਕੱਠੇ ਹੋ ਗਏ, ਉਸ ਤੋਂ ਬਾਅਦ ਫਿਰ ਆਪਾਂ ਰਿਕਵਰੀ ਦੀਆਂ ਗੱਲਾਂ ਕਰੀਏ, ਇਹ ਵਾਜਿਬ ਨਹੀਂ ਜਾਪਦਾ ਮੈਨੂੰ। ਮਤਲਬ ਜਾਂ ਤਾਂ ਆਪਾਂ ਰਿਸ਼ਤਿਆਂ ਦੀ ਸੈਂਕਟਿਟੀ 'ਤੇ ਖੜ੍ਹੇ ਹੋ ਜਾਈਏ, ਜਾਂ ਆਪਾਂ ਲੀਗਲ 'ਤੇ ਚਲੇ ਜਾਈਏ, ਫਿਰ ਆਪਾਂ ਸ਼ਾਦੀ ਦਾ ਵੀ ਇੱਕ ਲੀਗਲ ਕੰਟਰੈਕਟ ਕਰ ਲਈਏ। ਆਪਾਂ ਕਹੀਏ ਵੀ ਇਹ ਸ਼ਾਦੀ ਉਦੋਂ ਥਾਈ ਹੋਈ ਆ ਜਦੋਂ ਥਾਈ ਇਹ ਲੜਕੀ ਮੁੰਡੇ ਨੂੰ ਬਾਹਰ ਲੈ ਕੇ ਜਾਊਗੀ, ਜੇ ਮੁੰਡੇ ਨੂੰ ਨਹੀਂ ਬਾਹਰ ਲੈ ਕੇ ਜਾਊਗੀ ਤਾਂ ਇਹ ਸ਼ਾਦੀ ਖਤਮ ਹੋ ਜਾਏਗੀ। ਸੋ ਮੇਰਾ ਖਿਆਲ ਜਿਹੜਾ ਇਹ ਆਪਣਾ ਇੱਕ ਓਵਰ ਅੰਬੀਸ਼ਨ ਆ, ਇੱਕ ਉਹ ਆ, ਇਹ ਆਪਾਂ ਨੂੰ ਕਈ ਕੰਮ ਇਹੋ ਜਿਹੇ ਕਰਨ ਲਈ ਮਜਬੂਰ ਕਰ ਰਿਹਾ ਜਿਹਦੇ 'ਚ ਆਪਾਂ ਆਪਣੇ ਜਿਹੜੇ ਇੱਕ ਇੰਸਟੀਟਿਊਸ਼ਨ ਬਣੇ ਹੋਏ ਨੇ, ਜਿਵੇਂ ਸੀਕ੍ਰੇਟ ਇੰਸਟੀਟਿਊਸ਼ਨ ਨੇ ਮੈਰਿਜ ਦੇ, ਉਹ ਵੀ ਆਪਾਂ ਦਾਅ 'ਤੇ ਲਾਈ ਜਾ ਰਹੇ ਹਾਂ। ਸੋ ਇਹ ਬੜੀ ਮਦਭਾਗੀ ਗੱਲ ਆ। ਔਰ ਮੈਂ ਤਾਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਕਿ ਆਪਣੇ ਲੜਕੇ ਲੜਕੀਆਂ ਨੂੰ ਇਹ ਸੋਚਣਾ ਚਾਹੀਦਾ ਕਿ ਆਇਆ ਬਾਹਰ ਜਾਣਾ ਹੀ ਇੱਕ ਇੰਨੀ ਇੰਪੋਰਟੈਂਟ ਗੱਲ ਆ ਕਿ ਤੁਸੀਂ ਸਾਰਾ ਕੁਛ ਦਾਅ 'ਤੇ ਲਾ ਦਿਓ। ਔਰ ਫਿਰ ਜਦੋਂ ਕਈ ਵਾਰੀ ਇਸ ਤਰ੍ਹਾਂ ਦੀ ਮਦਭਾਗੀ ਗੱਲ ਹੋ ਜਾਂਦੀ ਆ, ਫਿਰ ਤੁਸੀਂ ਕਹਿੰਦੇ ਹੋ ਕਿ ਹੁਣ ਰਿਕਵਰੀ ਕਰਾ ਕੇ ਦਿਓ। ਇਹ ਬੜੀ ਆਪਣੇ ਸਮਾਜ ਲਈ ਇਹ ਸੋਚਣ ਦੀ ਗੱਲ ਹੈ। ਅੱਛਾ, ਇੱਕ ਫਰਜ਼ੀ ਵਿਆਹਾਂ ਦੀ ਗੱਲ ਕਰ ਰਹੇ ਸੀ ਅਸੀਂ ਕਿ ਇਹ ਅਜਿਹੇ ਤੁਹਾਡੇ ਕੋਲ ਕਿੰਨੇ ਕੇਸ ਆਉਂਦੇ ਨੇ ਕਿ ਬਸ ਇੱਕ ਪਾਸੇ ਨੂੰ ਤੁਰੇ ਹੋਏ ਆ, ਇਹ ਟ੍ਰੈਂਡ ਜਿਹੜਾ ਚੱਲ ਪਿਆ, ਅਜਿਹੇ ਕਿੰਨੇ ਕੇਸਿਸ ਤੁਹਾਡੇ ਕੋਲ ਰਿਪੋਰਟ ਹੋ? ਨਹੀਂ, ਜਿਹੜੇ ਅਸੀਂ ਫਰਜ਼ੀ ਵਿਆਹਾਂ 'ਤੇ ਨਹੀਂ ਜਾਂਦੇ, ਅਸੀਂ ਉਹਨਾਂ 'ਤੇ ਹੀ ਜਾਂਦੇ ਹਾਂ ਜਿਹੜੇ ਐਕਚੁਅਲੀ ਰਜਿਸਟਰਡ ਮੈਰਿਜਸ ਨੇ। ਅਤੇ ਉਹ ਮੈਂ ਤੁਹਾਨੂੰ ਤੱਥ ਦੱਸੇ ਨੇ, ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿ ਰਜਿਸਟਰਡ ਮੈਰਿਜ ਤੋਂ ਬਾਅਦ ਜਿੱਥੇ ਲੜਕੀ ਨੇ ਲੜਕੇ ਨੂੰ ਨਾਲ ਲਿਜਾਣ ਦੀ ਗੱਲ ਕੀਤੀ, ਉਹ ਸਾਡੇ ਇੱਕ ਟ੍ਰੈਂਡ ਇਨਕਰੀਜ਼ ਹੋ ਰਿਹਾ ਹੈਗਾ। ਹਾਂ, ਮਤਲਬ 2019 'ਚ 6 ਪਰਚੇ ਦਰਜ ਹੋਏ ਸੀ ਇਹਦੇ ਤਹਿਤ, ਅਤੇ 16 ਕੰਪਲੇਂਟਾਂ ਆਈਆਂ ਸੀ। 2020 'ਚ 11 ਪਰਚੇ ਦਰਜ ਹੋਏ ਅਤੇ 26 ਕੰਪਲੇਂਟਾਂ ਹੋਈਆਂ, ਅਤੇ 2021 ਦਾ ਹਜੇ ਆਪਾਂ ਅੱਧ 'ਚ ਪਹੁੰਚੇ ਹਾਂ, ਅਤੇ ਇਹਦੇ 'ਚ 9 ਕੇਸ ਦਰਜ ਹੋਏ ਅਤੇ 31 ਕੰਪਲੇਂਟਾਂ ਹੋਈਆਂ। ਅਤੇ ਇਹਦੇ ਲਈ ਇਹ ਜਿਹੜਾ ਇੱਕ ਟ੍ਰੈਂਡ ਇਨਕਰੀਜ਼ ਹੋ ਰਿਹਾ, ਇਹਦੇ 'ਚ ਥੋੜ੍ਹਾ ਮੈਨੂੰ ਇਹ ਵੀ ਜਾਪਦਾ ਵੀ ਜਿਹੜੀ ਆਪਣੀਆਂ ਰਿਸਟ੍ਰਿਕਸ਼ਨ ਔਨ ਇੰਟਰਨੈਸ਼ਨਲ ਟਰੈਵਲ ਲੱਗੀਆਂ ਵੀਆਂ ਨੇ, ਉਹਦੇ ਕਾਰਨ ਵੀ ਆਪਾਂ ਨੂੰ ਪ੍ਰੋਬਲਮ ਆ ਰਹੀ ਆ। ਪਿਛਲੇ ਸਾਲ ਜਦੋਂ ਕੋਵਿਡ ਸ਼ੁਰੂ ਹੋਇਆ ਸੀ, ਉਦੋਂ ਪੰਜਾਬ 'ਚ ਕੋਈ 56,000 NRI ਸੀਗੇ ਜਿਹੜੇ ਬਾਹਰੋਂ ਆਏ ਹੋਏ ਸੀ, ਅਤੇ ਉਹਨਾਂ ਨੂੰ ਵੀ ਅਸੀਂ ਹੌਲੀ ਹੌਲੀ ਕਰਕੇ ਵਾਪਸ ਭੇਜਿਆ ਅਤੇ ਉਹ ਸਪੈਸ਼ਲ ਫਲਾਈਟਸ ਰਨ ਕੀਤੀਆਂ। ਹੁਣ ਵੀ ਅੱਜ ਦੀ ਡੇਟ 'ਚ ਵੀ ਕੈਨੇਡਾ ਦੇ ਵਿੱਚ ਉਹ ਸਿਰਫ ਆਪਣੇ ਉਹਨਾਂ ਨੇ ਹਜੇ ਸਟੂਡੈਂਟ ਜਾਂ ਸਿਟੀਜ਼ਨ, ਜਿਹੜੇ ਸਿਟੀਜ਼ਨ ਨੇ ਉਹਨਾਂ ਦੇ, ਉਹ ਵਾਪਸ ਜਾ ਸਕਦੇ ਨੇ। ਉਹ ਵੀ ਇੰਡੀਆ ਤੋਂ ਡਾਇਰੈਕਟ ਫਲਾਈਟਾਂ ਬੰਦ ਨੇ, ਉਹ ਸਰਕੂਟਸ ਵੇ 'ਚ ਜਾਂਦੇ ਨੇ ਕਿਸੇ ਹੋਰ ਦੇਸ਼, ਫਿਰ ਉੱਥੋਂ ਉੱਥੇ। ਸੋ ਇਸ ਕਰਕੇ ਇਹ ਵੀ ਇੱਕ ਕਾਰਨ ਹੋ ਸਕਦਾ ਵੀ ਕੋਵਿਡ ਕਾਰਨ ਜਿਹੜੀਆਂ ਰਿਸਟ੍ਰਿਕਸ਼ਨਾਂ ਲੱਗੀਆਂ ਨੇ, ਉਹਦੇ ਕਾਰਨ ਕੋਈ ਉਹਨਾਂ ਨੂੰ ਜਿਹੜੇ ਲੜਕੀਆਂ ਹੈਗੀਆਂ ਨੇ ਉਹਨਾਂ ਨੂੰ, ਇਹ ਲੜਕਿਆਂ ਨੂੰ ਬੁਲਾਉਣ 'ਚ ਪਰੇਸ਼ਾਨੀਆਂ ਇਹ ਮੇਰੀ ਉਹ ਆ, ਪਰ ਇਹਦੀ ਤਹਿਕੀਕਾਤ ਕਰਨੀ ਪਏਗੀ ਹਜੇ। ਅੱਛਾ, ਬੀਇੰਗ ਅ ਰਿਸਪੋਂਸੀਬਲ ਪਰਸਨ, ਐਡੀ ਵੱਡੀ ਜ਼ਿੰਮੇਦਾਰੀ NRI ਵਿੰਗ ਦੀ ਤੁਹਾਡੇ ਕੋਲ ਹੈ, ਤੁਸੀਂ ਸਮੂਹ ਪੰਜਾਬੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਮੈਂ ਆਪਣੇ ਬੰਨਿਓ ਸਮੂਹ ਪੰਜਾਬੀਆਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਕਿ ਆਪਣਾ ਨੰਬਰ 1 'ਤੇ ਤਾਂ ਆਪਾਂ ਆਪਣੇ ਪੰਜਾਬ ਲਈ ਮਿਹਨਤ ਕਰੀਏ, ਆਪਣੇ ਪੰਜਾਬ ਨੂੰ ਇੱਕ ਮੋਢੀ ਸੂਬਾ ਬਣਾਈਏ, ਜਿਸ ਤਰ੍ਹਾਂ ਦਾ ਆਪਣਾ ਪੰਜਾਬ ਇੱਕ ਮੋਢੀ ਸੂਬਾ ਸੀਗਾ। ਇਹ ਇੱਕ ਤਰ੍ਹਾਂ ਦਾ ਜਿਹੜਾ ਆਪਾਂ ਨੂੰ ਇਹ ਦਿਖਾਇਆ ਜਾ ਰਿਹਾ ਕਿ ਬਾਹਰ ਜਾ ਕੇ ਆਪਾਂ ਬਹੁਤ ਅਮੀਰ ਹੋ ਜਾਵਾਂਗੇ, ਬਹੁਤ ਕੁਛ ਅੱਛਾ ਹੋ ਜਾਊਗਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਬਾਹਰ ਵੀ ਆਪਣੇ ਬੱਚਿਆਂ ਦੇ ਕਾਫੀ ਹਾਲਾਤ ਖਰਾਬ ਹੈਗੇ ਨੇ, ਔਰ ਜੇ ਆਪਾਂ ਨੇ ਬਾਹਰ ਜਾਣਾ ਹੀ ਹੈਗਾ
ਤਾਂ ਆਪਾਂ ਜਿਹੜਾ ਪੰਜਾਬ ਸਰਕਾਰ ਨੇ ਘਰ ਘਰ ਰੋਜ਼ਗਾਰ ਯੋਜਨਾ ਦੇ ਤਹਿਤ ਫੋਰਨ ਪਲੇਸਮੈਂਟ ਤੇ ਆਪਣਾ ਫੋਰਨ ਸਟੱਡੀ ਦਾ ਸੈੱਲ ਸ਼ੁਰੂ ਕੀਤਾ ਹੈਗਾ, ਉਹਦੇ ਤਹਿਤ ਜਾਣ ਤਾਂ ਕਿ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਧੋਖਾ ਨਾ ਹੋਵੇ ਔਰ ਬਾਅਦ 'ਚ ਉਹਨਾਂ ਨੂੰ ਕੋਈ ਨਮੋਸ਼ੀ ਨਾ ਹੋਵੇ ਕਿ ਉਹ ਬਾਹਰ ਜਾ ਕੇ ਗਲਤ ਜਗ੍ਹਾ 'ਤੇ ਪਹੁੰਚ ਗਏ, ਕੋਈ ਅੱਛਾ ਕਾਲਜ ਨਹੀਂ ਮਿਲਿਆ ਜਾਂ ਅੱਛੀ ਨੌਕਰੀ ਨਹੀਂ ਮਿਲੀ ਜਾਂ ਕਈ ਜਾ ਕੇ ਉੱਥੇ ਵਿਚਾਰੇ ਜੇਲ੍ਹ 'ਚ ਪਹੁੰਚ ਜਾਂਦੇ ਹੈਗੇ ਨੇ। ਸੋ ਮੈਂ ਇਹੀ ਆਪਣੇ ਬੰਨਿਓ ਆਪਣੇ ਯੂਥ ਨੂੰ ਅਪੀਲ ਕਰਨਾ ਚਾਹੂੰਗਾ ਕਿ ਪਹਿਲਾਂ ਤਾਂ ਉਹ ਪੰਜਾਬ ਲਈ ਮਿਹਨਤ ਕਰਨ, ਆਪਣੀ ਜਿਹੜੀ ਜਨਮ ਭੂਮੀ ਆ ਉਹਦੇ ਲਈ ਮਿਹਨਤ ਕਰਨ, ਉਹਨੂੰ ਆਪਾਂ ਦੁਬਾਰਾ ਖੁਸ਼ਹਾਲ ਬਣਾਈਏ ਤਾਂ ਕਿ ਆਪਾਂ ਨੂੰ ਬਾਹਰਲੇ ਦੇਸ਼ਾਂ ਤੋਂ ਦੇ ਬੰਨੀ ਤੱਕਣਾ ਹੀ ਨਾ ਪਵੇ। ਜੀ ਚਲੋ, ਇਸੀ ਪੋਜ਼ਿਟਿਵ ਸੁਨੇਹੇ ਦੇ ਨਾਲ ਅਸੀਂ ਵਾਈਂਡ ਅਪ ਕਰਦੇ ਹਾਂ। ADGP ਅਮਰਦੀਪ ਸਿੰਘ ਨੇ ਪੋਜ਼ਿਟਿਵ ਸੁਨੇਹਾ ਦਿੱਤਾ ਕਿ ਅਸੀਂ ਪੰਜਾਬ 'ਤੇ ਮਿਹਨਤ ਕਰੀਏ, ਬਾਹਰ ਜਾਣ ਵੱਲ ਜਿਹੜਾ ਹੈ ਘੱਟ ਸੋਚੀਏ ਅਤੇ ਬਾਹਰ ਜਾਈਏ ਤਾਂ ਬਿਲਕੁਲ ਰਿਸ਼ਤਿਆਂ ਦੀ ਗਰਮਾਹਟ ਅਤੇ ਬਿਲਕੁਲ ਸੁਚੱਜੇ ਢੰਗ ਦੇ ਨਾਲ ਜ਼ਰੂਰ ਚਾਹੀਏ। ਕੈਮਰਾਮੈਨ ਸੂਰਜ ਦੇ ਨਾਲ ਸ਼ਰਮਿਤ, ਜਗਬਾਣੀ TV, ਚੰਡੀਗੜ੍ਹ।